ਪੰਜਾਬ ਸਰਕਾਰ ਦੇ ਇੱਕ ਵੱਡੇ ਮੰਤਰੀ ਦੇ ਨਾਲ ਮਨਕੀਰਤ ਔਲਖ ਨੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦੇ ਜ਼ਰੀਏ। ਉਹਨੂੰ ਡਰ ਹੈ ਕਿਸੇ ਗੱਲ ਦਾ ਜਾਂ ਉਹ ਕੋਈ ਸਿਕਿਉਰਿਟੀ ਚਾਹੁੰਦਾ ਹੈ। ਮਨਕੀਰਤ ਦੇ ਲਾਰੈਂਸ ਦੇ ਨਾਲ ਚੰਗੇ ਸੰਬੰਧ ਨੇ, ਇਹ ਸਾਰੇ ਜਾਣਦੇ, ਇਸ ਕਰਕੇ ਮਨਕੀਰਤ ਵੱਲ ਸਿੱਧੀ ਸੂਈ ਆਈ। ਉਦੋਂ ਇਹ ਵੀ ਡਰ ਹੋ ਗਿਆ ਸੀਗਾ ਕਿ ਜੇ ਉਧਰੋਂ ਸਿੱਧੂ ਨੂੰ ਕੁਝ ਹੋਇਆ ਤੇ ਸ਼ਾਇਦ ਮਨਕੀਰਤ ਨੂੰ ਨਾ ਕੁਝ ਕਰਨ। ਸਚਿਨ ਬਿਸ਼ਨੋਈ ਨੇ ਕਿਹਾ ਵੀ ਸੀ ਕਿ 2 ਦਿਨ ਤਾਂ ਹੁਣ ਟੱਪ ਗਏ, ਤੁਸੀਂ ਕੁਝ ਕੀਤਾ ਨਹੀਂ ਕੀਤਾ, ਪ੍ਰੋਵੋਕੇਸ਼ਨ ਵੀ ਦਿੱਤੀ ਸੀਗੀ। ਸਿੱਧੂ ਮੂਸੇਵਾਲੇ ਦਾ ਪਰਿਵਾਰ ਇਹ ਕਦੇ ਨਹੀਂ ਚਾਹੂਗਾ ਜਾਂ ਉਹਦੇ ਪਿਤਾ ਇਹ ਨਹੀਂ ਚਾਹਣਗੇ ਕਿ ਕਿਸੇ ਹੋਰ ਮਾਂ ਦਾ ਪੁੱਤ ਚਲਾ ਜਾਏ। ਤੁਸੀਂ ਮੰਨ ਲੈਂਦੇ ਹੋ ਕਿ ਮੈਂ ਇਸ ਦਲਦਲ ਚੋਂ ਬਾਹਰ ਆਉਣਾ, ਮੈਂ ਸਭ ਕੁਝ ਛੱਡਣਾ ਚਾਹੁੰਦਾ, ਪਰ ਕਦੇ ਜਿਨ੍ਹਾਂ ਦਾ ਤੁਸੀਂ ਨੁਕਸਾਨ ਕੀਤਾ ਹੋਊਗਾ ਉਹ ਤੁਹਾਨੂੰ ਕਿਉਂ ਆਉਣ ਦੇਣਗੇ। ਕੁਲਵੀਰ ਨਰੂਆਣੇ ਦਾ ਐਗਜ਼ਾਮਪਲ ਲਓ। ਹਾਲਾਂਕਿ ਕੁਲਵੀਰ ਨਰੂਆਣੇ ਦਾ ਕੇਸ ਕੁਝ ਹੋਰ ਹੈ, ਡਿਫਰੈਂਟ ਹੈ, ਜਿਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ। ਪਿਛਲੇ ਐਤਵਾਰ ਦੀ ਉਹਨਾਂ ਦੀ ਉਹ ਸਟੇਟਮੈਂਟ ਇੱਕ ਪਾਸੇ ਜਿੱਥੇ ਉਹ ਕਹਿੰਦੇ ਆ ਕਿ ਕੁਝ ਐਸੇ ਗਾਇਕ ਵੀ ਨੇ ਜਿਨ੍ਹਾਂ ਦਾ ਨਾਮ ਐਕਸਪੋਜ਼ ਹੋਊਗਾ ਜੀ, ਫਿਰ ਹੁਣ ਸ਼ੱਕ ਦੀ ਸੂਈ ਇਹ ਚਲੀ ਜਾਂਦੀ, ਫਿਰ ਉਹ ਕੌਣ ਨੇ ਗਾਇਕ। ਇੱਕ ਆਸਟ੍ਰੇਲੀਆ ਦਾ ਪ੍ਰਮੋਟਰ ਹੈ ਜਿਹਦਾ ਨਾਮ ਵੀ ਆ ਰਿਹਾ, ਉਹ ਆਉਣ ਵਾਲੇ ਸਮੇਂ 'ਚ ਸ਼ਾਇਦ ਨਾਮ ਉਹਦਾ ਆ ਜਾਊਗਾ, ਜਿਹਦੇ ਉੱਤੇ ਇਹ ਹੈ ਕਿ ਪੈਸੇ ਦਾ ਲੈਣ ਦੇਣ ਦਾ ਰੌਲਾ ਰਿਹਾ ਹੈ। ਮੱਕੜ ਸਾਹਿਬ, ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ 29 ਮਈ ਦੀ ਉਸ ਘਟਨਾ ਤੋਂ ਬਾਅਦ ਮਨਕੀਰਤ ਔਲਖ ਦਾ ਜਿਹੜਾ ਨਾਂ ਆ ਉਹ ਬੜਾ ਚਰਚਾ ਦੇ ਵਿੱਚ ਆਉਂਦਾ ਹੈ ਤੇ ਕਿਸੇ ਸਮੇਂ ਅਸੀਂ ਬਾਅਦ ਦੇ ਵਿੱਚ ਕੁਝ ਗੱਲਾਂ ਦਾ ਪਤਾ ਵੀ ਲੱਗਿਆ ਕਿ ਕਰੀਬੀ ਸੀਗੇ ਦੋਨੋਂ ਜਣੇ, ਪਰ ਇਸ ਕਤਲ ਦੀ ਘਟਨਾ ਤੋਂ ਬਾਅਦ ਮਨਕੀਰਤ ਔਲਖ ਤੇ ਬਹੁਤ ਸਾਰੇ ਸਵਾਲ ਵੀ ਉੱਠੇ ਨੇ। ਪਰਿਵਾਰ ਦੇ ਕਿਸ ਤਰੀਕੇ ਦੇ ਸਬੰਧ ਨੇ ਇਸ ਵੇਲੇ ਦੀ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦਾ ਜਿਹੜਾ ਪਰਿਵਾਰ ਆ, ਮਾਤਾ ਪਿਤਾ ਨੇ, ਕੀ ਉਹਨਾਂ ਦੇ ਸਬੰਧ ਅੱਜ ਵੀ ਮਨਕੀਰਤ ਔਲਖ ਦੇ ਨਾਲ ਹੈਗੇ? ਕਿ ਗੱਲਬਾਤ ਹੁੰਦੀ ਹੈ ਪਰਿਵਾਰ ਦੀ? ਰਾਓ ਜੀ, 2-3 ਚੀਜ਼ਾਂ ਸਮਝਣੀਆਂ ਪੈਣਗੀਆਂ। ਪਹਿਲੀ ਗੱਲ ਤਾਂ ਇਹ ਸੀ ਕਿ ਇਸ ਪੂਰੇ ਘਟਨਾ ਤੋਂ ਬਾਅਦ ਮਨਕੀਰਤ ਦਾ ਇਸ ਤਰੀਕੇ ਨਾਲ ਗਾਇਬ ਹੋਣਾ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਸੀ। ਬਹੁਤ ਰਿਪੋਰਟਾਂ ਹੋਰ ਥਾਵਾਂ ਤੇ ਵੀ ਮਨਕੀਰਤ ਨੂੰ ਲੈ ਕੇ ਹੋਈਆਂ, ਆਪਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ। ਪਰ ਇਹਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਇਹ ਨਿਕਲ ਕੇ ਆ ਰਹੀ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਇੱਕ ਵੱਡੇ ਮੰਤਰੀ ਦੇ ਨਾਲ ਮਨਕੀਰਤ ਔਲਖ ਨੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦੇ ਜ਼ਰੀਏ। ਹੁਣ ਇਹ ਰਾਬਤਾ ਕਿਉਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਕਿ ਉਹਨੂੰ ਡਰ ਹੈ ਕਿਸੇ ਗੱਲ ਦਾ ਜਾਂ ਉਹ ਕੋਈ ਸਿਕਿਉਰਿਟੀ ਚਾਹੁੰਦਾ ਹੈ ਜਾਂ ਉਹ ਆਪਣੇ ਕੋਈ ਐਸੀ ਇੱਕ ਚਿੰਤਾ ਦੇ ਵਿੱਚ ਹੈ ਜੋ ਸਰਕਾਰ ਤੱਕ ਉਹ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਉਹੀ ਦੱਸ ਸਕਦਾ। ਦੂਸਰੀ ਗੱਲ ਹੈ ਕਿ ਜਦੋਂ ਪਿਛਲੇ 2-3 ਦਿਨਾਂ ਪਹਿਲਾਂ ਜਦੋਂ ਮੈਂ ਸਿੱਧੂ ਦੇ ਪਿਤਾ ਨੂੰ, ਮਾਤਾ ਪਿਤਾ ਨੂੰ ਮਿਲ ਕੇ ਆਇਆ ਤੇ ਉਹਨਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਹੋਈਆਂ, ਉਹਦੇ ਵਿੱਚ ਮੈਂ ਖਾਸ ਤੌਰ ਤੇ ਇਹ ਗੱਲ ਉਹਨਾਂ ਦੇ ਨਾਲ ਕੀਤੀ ਕਿ ਮਨਕੀਰਤ ਦਾ ਰੋਲ ਕੀ ਲੱਗਦਾ। ਉਸ ਵੇਲੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੀ ਹੈ ਕੀ ਨਹੀਂ ਹੈ, ਪਰ ਹਾਲੇ ਤੱਕ ਸਾਨੂੰ ਸਿੱਧੇ ਤੌਰ ਦੇ ਉੱਤੇ ਸਾਡੇ ਮੁੰਡੇ ਦੇ ਕਤਲ ਵਿੱਚ ਉਹਦਾ ਕੁਝ ਨਜ਼ਰ ਨਹੀਂ ਆਇਆ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਸਿੱਧੂ ਦੇ ਮਾਪਿਓ। ਦੂਜੀ ਗੱਲ, ਚਾਰਜ ਸ਼ੀਟ ਜਿਹੜੀ ਟੈਂਟੇਟਿਵਲੀ ਸਾਰੇ ਮੀਡੀਆ ਨੇ ਚਲਾਈ ਹੈ, ਜਿਹੜੀ ਅਸੀਂ ਵੀ ਦੱਸੀ ਕਿ ਚਾਰਜ ਸ਼ੀਟ ਤਿਆਰ, ਉਹਦੇ 'ਚ ਮਨਕੀਰਤ ਦਾ ਨਾਮ ਨਹੀਂ ਹੈ। ਸੋ ਜੇ ਮਨਕੀਰਤ ਦਾ ਨਾਮ ਚਾਰਜ ਸ਼ੀਟ ਦੇ ਵਿੱਚ ਨਹੀਂ ਹੈ ਜਾਂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਇਹ ਲੱਗਦਾ ਹੈ ਕਿ ਸਿੱਧੇ ਤੌਰ ਦੇ ਉੱਤੇ ਉਹ ਸ਼ਾਮਲ ਨਹੀਂ ਹੈ, ਤਾਂ ਮਨਕੀਰਤ ਬਾਰੇ ਜੋ ਕੁਝ ਕਿਹਾ ਜਾ ਰਿਹਾ ਹੈ, ਜਿਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ, ਉਸ ਨੂੰ ਇੱਕ ਵਿਰਾਮ ਦੇਣਾ ਵੀ ਲੋਕਾਂ ਨੂੰ ਚਾਹੀਦਾ ਹੈ। ਕਿਉਂਕਿ ਇੱਕ ਇਮੋਸ਼ਨ ਦੀ ਗੱਲ ਹੁੰਦੀ ਹੈ, ਜਿਸ ਵੇਲੇ ਤੁਹਾਡੇ ਪਿਆਰੇ ਇੱਕ ਕਲਾਕਾਰ ਦੀ ਇਸ ਤਰੀਕੇ ਨਾਲ ਮੌਤ ਹੋ ਜੇ ਜੀ ਔਰ ਇੱਕ ਕਨਫਲਿਕਟ ਦਾ ਦੌਰ ਰਿਹਾ ਹੋਵੇ। ਦੂਜੀ ਗੱਲ ਹੈ ਕਿ ਕਿਸੇ ਵੇਲੇ ਮਨਕੀਰਤ ਸਿੱਧੂ ਕੋਲੇ ਆਉਂਦਾ ਰਿਹਾ, ਪਰਿਵਾਰ ਕੋਲੇ ਆਉਂਦਾ ਰਿਹਾ। ਵੀਡੀਓ ਬਹੁਤ ਇੱਕ ਹਥਿਆਰ ਚਲਾਉਣ ਵਾਲੀ ਵੀਡੀਓ ਦੇ ਵਿੱਚ ਵੀ ਦੋਨੋਂ ਫਸ ਗਏ ਸੀ, ਉਹ ਇਕੱਠੇ ਸੀਗੇ, ਉਦੋਂ ਮਤਲਬ ਇੰਨੀ ਨੇੜਤਾ ਸੀ। ਜੋਤੀ ਨੂੰ ਇੱਥੇ ਲੈ ਕੇ ਆਉਣ ਵਾਲਾ, ਸੁਲ੍ਹਾ ਕਰਾਉਣ ਵਾਲਾ ਜਿਹੜਾ ਰੌਲਾ ਪਿਆ, ਉਹ ਮਨਕੀਰਤ ਹੀ ਰੋਲ ਪਲੇ ਕਰ ਰਿਹਾ ਸੀਗਾ। ਲੇਕਿਨ ਕਿਉਂਕਿ ਮਨਕੀਰਤ ਦੇ ਲਾਰੈਂਸ ਦੇ ਨਾਲ ਚੰਗੇ ਸੰਬੰਧ ਨੇ, ਇਹ ਸਾਰੇ ਜਾਣਦੇ, ਇਸ ਕਰਕੇ ਮਨਕੀਰਤ ਵੱਲ ਸਿੱਧੀ ਸੂਈ ਆਈ। ਪਰ ਜਿਵੇਂ ਕਿ ਜਿਹੜੇ 2 ਦਿਨ ਦਾ ਸਮਾਂ ਤੁਹਾਡੇ ਯਾਦ ਹੋਣਾ ਕਿ ਬੰਬੀਹਾ ਗਰੁੱਪ ਨੇ ਪੋਸਟ ਪਾਈ ਸੀ,
ਔਰ ਉਦੋਂ ਇਹ ਵੀ ਡਰ ਹੋ ਗਿਆ ਸੀਗਾ ਕਿ ਜੇ ਉਧਰੋਂ ਸਿੱਧੂ ਨੂੰ ਕੁਝ ਹੋਇਆ ਤੇ ਸ਼ਾਇਦ ਮਨਕੀਰਤ ਨੂੰ ਨਾ ਕੁਝ ਕਰਨ। ਜੀ ਉਸ ਤੋਂ ਬਾਅਦ ਜਿਹੜਾ ਸਚਿਨ ਬਿਸ਼ਨੋਈ ਨੇ ਕਿਹਾ ਵੀ ਸੀ ਕਿ 2 ਦਿਨ ਤਾਂ ਹੁਣ ਟੱਪ ਗਏ, ਤੁਸੀਂ ਕੁਝ ਕੀਤਾ ਨਹੀਂ ਕੀਤਾ, ਪ੍ਰੋਵੋਕੇਸ਼ਨ ਵੀ ਦਿੱਤੀ ਸੀਗੀ ਜੀ। ਇਹ ਸਾਰੇ ਐਪੀਸੋਡ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਇਹ ਕਦੇ ਨਹੀਂ ਚਾਹੂਗਾ ਜਾਂ ਉਹਦੇ ਪਿਤਾ ਇਹ ਨਹੀਂ ਚਾਹਣਗੇ ਕਿ ਕਿਸੇ ਹੋਰ ਮਾਂ ਦਾ ਪੁੱਤ ਚਲਾ ਜਾਏ। ਇਹ ਮੈਂ ਮਹਿਸੂਸ ਕਰਦਾ, ਇਹ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਖਾਸ ਤੌਰ ਤੇ ਕੁਝ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਨੂੰ ਹੋਰ ਦੱਸਦਾ। ਇੱਕ ਸਿੱਧੂ ਦਾ ਦੋਸਤ ਸੀਗਾ ਜਿਹਨੂੰ ਲਾਰੈਂਸ ਦਾ ਪੂਰਾ ਗਰੁੱਪ ਲਾਈਕ ਨਹੀਂ ਕਰਦਾ। ਉਹ ਮੁੰਡਾ ਕੁਝ ਕੇਸਾਂ ਦੇ ਵਿੱਚ ਫਸਿਆ ਸੀ। ਉਸ ਮੁੰਡੇ ਨੂੰ ਕੇਸਾਂ ਦੇ ਵਿੱਚੋਂ ਕਢਾਉਣ ਖਾਤਰ, ਉਹਨੂੰ ਸਹੀ ਰਾਹ ਤੇ ਲਿਆਉਣ ਖਾਤਰ ਔਰ ਉਹਨੂੰ ਮੇਨ ਸਟ੍ਰੀਮ ਮੁੱਖ ਧਾਰਾ ਦੇ ਵਿੱਚ ਲਿਆਉਣ ਖਾਤਰ ਕਿ ਉਹਦੇ ਤੇ ਉਹ ਸਰੈਂਡਰ ਕਰਨ ਨੂੰ ਤਿਆਰ ਹੋਵੇ, ਉਹਨੇ ਜੋ ਕੁਝ ਗਲਤੀਆਂ ਕਰ ਲਈਆਂ ਉਹਦੀ ਮਾਫੀ ਹੋਵੇ ਔਰ ਮਾਫੀ ਤੋਂ ਬਾਅਦ ਉਹ ਆਪਣਾ ਜੀਵਨ ਮੁੱਖ ਧਾਰਾ 'ਚ ਆ ਕੇ ਬਤੀਤ ਕਰੇ, ਜਿਹਨੂੰ ਸਮਾਜ ਤੇ ਗੈਂਗਸਟਰ ਦੀ ਦੁਨੀਆ 'ਚ ਗੈਂਗਸਟਰ ਹੀ ਕਿਹਾ ਜਾਂਦਾ ਸੀ ਜੀ। ਉਸ ਨੌਜਵਾਨ ਨੂੰ ਸਿੱਧੇ ਰਾਹ ਤੇ ਵੀ ਲੈ ਕੇ ਆਇਆ ਸਿੱਧੂ ਮੂਸੇਵਾਲਾ, ਉਹਨੂੰ ਮੁੱਖ ਧਾਰਾ 'ਚ ਵੀ ਲੈ ਕੇ ਆਇਆ। ਪਰ ਕਿਉਂਕਿ ਰਾਓ ਵਰਿੰਦਰ ਜੀ ਗੈਂਗਸ ਦੀ ਦੁਨੀਆ ਐਸੀ ਹੈ ਕਿ ਤੁਸੀਂ ਇੱਕ ਵਾਰੀ ਉਹਦੇ 'ਚ ਫਸੇ, ਦੁਬਾਰਾ ਉਸ ਦਲਦਲ 'ਚੋਂ ਜੇ ਤੁਸੀਂ ਬਾਹਰ ਆਉਣਾ ਵੀ ਚਾਹੁੰਦੇ ਹੋ, ਤੁਸੀਂ ਮੰਨ ਲੈਂਦੇ ਹੋ ਕਿ ਮੈਂ ਇਸ ਦਲਦਲ 'ਚੋਂ ਬਾਹਰ ਆਉਣਾ, ਮੈਂ ਸਭ ਕੁਝ ਛੱਡਣਾ ਚਾਹੁੰਦਾ, ਪਰ ਕਦੇ ਜਿਨ੍ਹਾਂ ਦਾ ਤੁਸੀਂ ਨੁਕਸਾਨ ਕੀਤਾ ਹੋਊਗਾ ਬਿਲਕੁਲ ਉਹ ਤੁਹਾਨੂੰ ਕਿਉਂ ਆਉਣ ਦੇਣਗੇ। ਕੁਲਵੀਰ ਨਰੂਆਣੇ ਦਾ ਐਗਜ਼ਾਮਪਲ ਲਓ। ਹਾਲਾਂਕਿ ਕੁਲਵੀਰ ਨਰੂਆਣੇ ਦਾ ਕੇਸ ਕੁਝ ਹੋਰ ਹੈ, ਡਿਫਰੈਂਟ ਹੈ, ਜਿਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਜੀ। ਪਰ ਕੁਲਵੀਰ ਨਰੂਆਣਾ ਕਹਿੰਦਾ ਸੀ ਨਾ ਕਿ ਮੈਂ ਉਸ ਸਭ ਚੋਂ ਬਾਹਰ ਆ ਗਿਆ ਤੇ ਮੈਂ ਹੁਣ ਸਮਾਜ ਸੇਵਾ ਦੇ ਕੰਮ ਕਰਨੇ ਆ, ਮੈਂ ਕੁੜੀਆਂ ਦੇ ਵਿਆਹ ਕਰਨੇ ਆ, ਮੈਂ ਸਭ ਕੁਝ ਕਰਨਾ ਹੈ। ਤਾਂ ਇਸ ਕਰਕੇ ਇਸ ਗੱਲ ਨੂੰ ਸਮਝਿਆ ਜਾਵੇ, ਜੇ ਤੁਸੀਂ ਸਿਰਫ ਇਸ ਕਰਕੇ ਮਨਕੀਰਤ ਔਲਖ ਨੂੰ ਹੇਟ ਕਰ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਉਹ ਰਾਈਵਲ ਸੀਗਾ ਸਿੱਧੂ ਦਾ ਜਾਂ ਉਹਨਾਂ ਦੀ ਬਣਦੀ ਨਹੀਂ ਸੀ, ਤਾਂ ਇਹ ਠੀਕ ਨਹੀਂ ਹੈ। ਜਿੱਥੇ ਉਹਦੀ ਕੋਈ ਇਨਵੋਲਵਮੈਂਟ ਹੋਊਗੀ ਤਾਂ ਪਰਿਵਾਰ ਸਭ ਤੋਂ, ਸਿੱਧੂ ਦੇ ਪਿਤਾ ਨਾਲੋਂ ਵੱਧ ਕੌਣ ਚਾਹੂਗਾ ਕਿ ਸਜ਼ਾ ਮਿਲੇ। ਬਿਲਕੁਲ। ਤਾਂ ਜੇ ਉਹ ਇਹ ਮਹਿਸੂਸ, ਪਰ ਹੁਣ ਸਾਰਾ ਕੁਝ ਇੱਕ ਪਾਸੇ, ਪਿਛਲੇ ਐਤਵਾਰ ਦੀ ਉਹਨਾਂ ਦੀ ਉਹ ਸਟੇਟਮੈਂਟ ਇੱਕ ਪਾਸੇ ਜਿੱਥੇ ਉਹ ਕਹਿੰਦੇ ਆ ਕਿ ਕੁਝ ਐਸੇ ਗਾਇਕ ਵੀ ਨੇ ਜਿਨ੍ਹਾਂ ਦਾ ਨਾਮ ਐਕਸਪੋਜ਼ ਹੋਊਗਾ ਜੀ, ਫਿਰ ਹੁਣ ਸ਼ੱਕ ਦੀ ਸੂਈ ਇਹ ਚਲੀ ਜਾਂਦੀ, ਫਿਰ ਉਹ ਕੌਣ ਹੈ? ਹਾਂ, ਫਿਰ ਉਹ ਗਾਇਕ ਕਿਹੜੇ ਹੋਣਗੇ? ਲੇਕਿਨ ਸਿੱਧੀ ਇਨਵੋਲਵਮੈਂਟ ਜੇ ਹੁੰਦੀ ਜਾਂ ਇਨਡਾਇਰੈਕਟ ਇਨਵੋਲਵਮੈਂਟ ਵੀ ਪਾਈ ਜਾਂਦੀ ਹੁਣ ਤੱਕ, ਤਾਂ ਪਰਚੇ 'ਚ ਕਿਤੇ ਨਾ ਕਿਤੇ ਨਾਮ ਆਉਂਦਾ, ਚਾਰਜਸ਼ੀਟ ਦੇ ਵਿੱਚ ਉਹਦਾ ਨਾਮ ਆਉਣਾ ਹੁੰਦਾ। ਪਰ ਹੋ ਸਕਦਾ ਹੈ ਕਿ ਸਿੱਧੂ ਦੇ ਪਿਤਾ ਇਸ ਗੱਲ ਦੀ ਲੜਾਈ ਵੀ ਲੜ ਰਹੇ ਹੋਣ ਜੋ ਹਾਲੇ ਉਹਨਾਂ ਨੇ ਗੱਲ ਨਹੀਂ ਰੱਖੀ। ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ 'ਚ ਖੁਲਾਸੇ ਕਰੂੰਗਾ। ਹੋ ਸਕਦਾ ਹੈ ਕਿਉਂਕਿ ਉਹ ਜਗਤਾਰ ਵਾਲੀ ਸੀਸੀਟੀਵੀ ਵਾਲੇ ਮੈਟਰ ਤੇ ਉਹ ਲੜ ਰਹੇ ਆ, ਉਹ ਜਿਹੜਾ ਜੋਤੀ ਤੇ ਕਮਰ ਵਾਲੇ ਮੁੱਦੇ ਦੇ ਉੱਤੇ ਵੀ ਉਹ ਚਾਹੁੰਦੇ ਆ ਕਿ ਉਹਨਾਂ ਦਾ ਨਾਮ ਜਿਹੜਾ ਇਨਵੈਸਟੀਗੇਸ਼ਨ 'ਚ ਪਵੇ ਔਰ ਉਹਨਾਂ ਨੇ ਜੋ ਕੀਤੀ ਉਹਦੀ ਪੁੱਛਗਿੱਛ ਹੋਵੇ। ਇੱਕ ਆਸਟ੍ਰੇਲੀਆ ਦਾ ਪ੍ਰਮੋਟਰ ਹੈ ਜਿਹਦਾ ਨਾਮ ਵੀ ਆ ਰਿਹਾ, ਉਹ ਆਉਣ ਵਾਲੇ ਸਮੇਂ 'ਚ ਸ਼ਾਇਦ ਨਾਮ ਉਹਦਾ ਆ ਜਾਊਗਾ, ਜਿਹਦੇ ਉੱਤੇ ਇਹ ਹੈ ਕਿ ਪੈਸੇ ਦਾ ਲੈਣ ਦੇਣ ਦਾ ਰੌਲਾ ਰਿਹਾ, ਇਹ ਵੀ ਇੱਕ ਗੱਲ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਸਿੰਗਰਾਂ ਦੇ ਨਾਮ ਜਿਹੜੇ ਉਹ ਲੈ ਰਹੇ ਆ, ਨਹੀਂ ਪਤਾ ਕਿ ਉਹ ਐਗਜ਼ੈਕਟ ਤੌਰ ਤੇ ਕਿਹਨੂੰ ਕਹਿ ਰਹੇ ਆ, ਪਰ ਜੇ ਤੁਸੀਂ ਇਹ ਅਜ਼ਿਊਮ ਕਰਕੇ ਮਨਕੀਰਤ ਦੇ ਉੱਤੇ ਲੈ ਆਉਂਦੇ ਹੋ ਤਾਂ ਮੈਨੂੰ ਲੱਗਦਾ ਇਹ ਠੀਕ ਨਹੀਂ ਹੋਊਗਾ ਜਦੋਂ ਤੱਕ ਸਿੱਧੂ ਦੇ ਪਿਤਾ ਇਸ ਨੂੰ ਕਲੀਅਰ ਨਹੀਂ ਕਰਦੇ। ਜੀ।